ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ। ਤੋਦ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗੁਰ ਪੂਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਪੂਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਗੁਰ ਪੂਰੈ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਆਨੰਦਨ ਸੁਕ੍ਰਿਤ ਕਰੀਐ ਰਹਾਉ,
संत का मार्ग धर्म की पौड़ी, कोविड भागी पाए। कोट जन्म के किल विखनासे, हर चरणी चित लाए। उस्तत करो सदा प्रभ अपने, जिन पूरी कल राखी। जी जंत सब भये पवित्रा, सतगुर की सच साखी। विघ्न विनाशन सब दुख नाशन, सतगुर नाम दृढ़ाया। होए पाप भये सब पावन, जन नानक सुख घर आया। गुर पूरै कृपा तारी, प्रभ पूरी लोच हमारी। पूरै कृपा तारी, प्रभ पूरी लोच हमारी। परम सत्कारयोग सतगुरु चबर तखत छतर दे मालिक, जुगो जुग अटल दसां पातशाहियां दी आत्मक जोत, धन धन श्री गुरु ग्रंथ साहिब जी महाराज, सतगुरां दे पावन पवित्र दर हजूरी विच विराजमान सरबत संगत, फतेह बुला करके गुरु दे चरनां च हाजरी लवाइए। सब मिल करके आखो जी वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਇਆ ਰਹਿਮਤ ਕੀਤੀ ਹੈ, ਜੋ ਸਤ ਸੰਗਤ ਘੜੀਆਂ ਗਰੀਬ ਨਵਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਹਨ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਜੋ ਮਹਾਰਾਜ ਦੇ ਚਰਨਾਂ 'ਚ ਆਪਾਂ ਨੂੰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰਾਂ ਦੇ ਚਰਨਾਂ 'ਚ ਗੁਰਬਾਣੀ ਵਿਚਾਰ ਨਾਲ ਜੁੜਨਾ ਕਰੀਏ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਸ਼ਬਦ ਉਚਾਰਨ ਕਰਦੇ ਹੈ। ਸੋਰਠ ਮਹੱਲਾ ਪੰਜਵਾ, ਸੋਰਠ ਰਾਗ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਝ ਸਮਾਂ ਵਡਾਲੀ ਨਗਰ ਵਿੱਚ ਰਹਿਣ ਤੋਂ ਬਾਅਦ, ਜਿੱਥੇ ਵਡਾਲੀ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ, ਉਸ ਉਪਰੰਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਹਾਰਾਜ ਆਏ ਤਾਂ ਸਤਿਗੁਰੂ ਜੀ ਇੱਥੇ ਉਪਦੇਸ਼ ਦੇਣ ਲੱਗੇ ਹਨ। ਦੀਵਾਨ ਸਜਿਆ, ਗੁਰੂ ਪਾਤਸ਼ਾਹ ਨੇ ਮਿਹਰ ਕੀਤੀ, ਸੰਗਤਾਂ ਤੇ ਦਇਆ ਕਰਦਿਆਂ ਬਚਨ ਉਚਾਰਨ ਕੀਤੇ ਹਨ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਪੂਰੇ ਗੁਰੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ, ਸ੍ਰੀ ਗੁਰੂ ਰਾਮਦਾਸ ਮਹਾਰਾਜ, ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ। ਕਿਰਪਾ ਗੁਰਮੁਖੋਂ ਪੂਰਾ ਕਰ ਸਕਦਾ ਹੈ। ਜਿਹੜਾ ਆਪ ਅਧੂਰਾ ਹੈ ਉਹ ਕਿਸੇ ਤੇ ਕਿਰਪਾ ਨਹੀਂ ਕਰ ਸਕਦਾ। ਮਹਾਰਾਜ ਬਚਨ ਕਰਦੇ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਉਣ ਦਾ ਸਾਨੂੰ ਉਪਦੇਸ਼ ਹੈ। ਅਕਾਲ ਪੁਰਖ ਪੂਰਨ ਹੈ ਤੇ ਗੁਰੂ ਉਸ ਨਿਰਾਕਾਰ ਬ੍ਰਹਮ ਦਾ ਹੀ ਸਾਕਾਰ ਰੂਪ, ਸਰਗੁਣ ਰੂਪ ਸਤਿਗੁਰੂ ਵੀ ਪੂਰਨ ਹੈ। ਜੋ ਗੁਰੂ ਕਿਰਪਾ ਕਰਦਾ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਹਨੂੰ ਮਨੁੱਖ ਤੋਂ ਦੇਵਤਾ ਕਰਦਿਆਂ ਕੋਈ ਸਮਾਂ ਨਹੀਂ ਲੱਗਦਾ ਹੈ, ਕਿਉਂਕਿ ਪੂਰਨ ਦੇ ਕੋਲ ਕੋਈ ਘਾਟ ਨਹੀਂ ਹੈ। ਉਹਦੀ ਇੱਕ ਕਿਰਪਾ ਦ੍ਰਿਸ਼ਟੀ ਨਾਲ ਸਭ ਦਾ ਭਲਾ ਹੋ ਜਾਂਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰੇ। ਪੂਰੇ ਗੁਰੂ ਦੀ ਇਹ ਸਮਰੱਥਾ ਹੈ, ਕਿਉਂਕਿ ਉਹ ਸਾਰੀਆਂ ਕਲਾ ਦੇ ਸਹਿਤ ਹੈ, ਸਰਬ ਕਲਾ ਸਮਰੱਥ ਹੈ, ਅੰਤਰਜਾਮਤਾ ਦਾ ਮਾਲਕ ਹੈ। ਤੇ ਐਸਾ ਪੂਰਾ ਗੁਰੂ ਜਦੋਂ ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ, ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਤਾਂ ਪਰਮੇਸ਼ਰ ਨੇ ਕਿਰਪਾ ਕਰਤੀ, ਸਾਡੀ ਜਿਹੜੀ ਲੋਚ ਸੀ, ਚਾਹਨਾ ਸੀ, ਮਹਾਰਾਜ ਕਹਿੰਦੇ ਉਹ ਪੂਰਨ ਕਰ ਦਿੱਤੀ। ਜੋ ਭਾਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਸਰੋਵਰ ਨੂੰ ਪੱਕਾ ਕਰਾਉਣਾ, ਹਰਿਮੰਦਰ ਸਾਹਿਬ ਤਿਆਰ ਕਰਨਾ, ਇਹ ਪੂਰੇ ਗੁਰੂ ਨੇ ਕਿਰਪਾ ਕਰਤੀ। ਤਾਂ ਅਕਾਲ ਪੁਰਖ ਪ੍ਰਸੰਨ ਹੋਇਆ, ਪ੍ਰਭ ਪੂਰੀ ਲੋਚ ਹਮਾਰੀ, ਇਹ ਸਾਡੀ ਲੋਚਾ ਪੂਰੀ ਕਰ ਦਿੱਤੀ। 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋ ਗਿਆ, ਇਹ ਲੋਚਾ ਪੂਰੀ ਕਰ ਦਿੱਤੀ।
ਇਸੇ ਤਰ੍ਹਾਂ ਜਗਿਆਸਾ ਭਾਵ ਦੇ ਵਿੱਚ ਉਪਦੇਸ਼ ਦੇ ਰਹੇ ਹੈ। ਇੱਕ ਜਗਿਆਸੂ ਇਹ ਆਪਣੇ ਅੰਦਰ ਦਾ ਭਾਵ ਪ੍ਰਗਟ ਕਰਦਾ ਹੈ, ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਪੂਰੇ ਗੁਰੂ ਨੇ ਕਿਰਪਾ ਕਰਤੀ, ਸਾਡੀ ਲੋਚ ਸਾਡੀ ਚਾਹਨਾ ਉਹ ਪੂਰੀ ਕਰ ਦਿੱਤੀ। ਅਕਾਲ ਪੁਰਖ ਦੀ ਮਿਹਰ ਹੋ ਗਈ, ਪ੍ਰਭ ਪੂਰੀ ਲੋਚ ਹਮਾਰੀ। ਸੰਸਾਰ ਦੀਆਂ ਵੀ ਲੋਚਾਂ ਨੇ, ਕਿਸੇ ਨੂੰ ਗੁਰਮੁਖੋ ਧਨ ਦੀ ਚਾਹਨਾ ਹੈ, ਕਿਸੇ ਨੂੰ ਪੁੱਤਰ ਦੀ ਚਾਹਨਾ ਹੈ, ਕਿਸੇ ਨੂੰ ਆਨੰਦ ਤੇ ਸੁੱਖ ਦੀ ਚਾਹਨਾ ਹੈ, ਕਿਸੇ ਨੂੰ ਸਰੀਰਕ ਤੰਦਰੁਸਤੀ ਦੀ ਚਾਹਨਾ ਹੈ। ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਜੇ ਸਤਿਗੁਰਾਂ ਦੇ ਚਰਨੀ ਲੱਗ ਜਾਈਏ। ਪਾਛੰ ਕ੍ਰੋਧ ਅਗਰਣੀਵਹਿ, ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਤਨਵੰਤਹਿ, ਰੋਗੀਆਂ ਰੋਗ ਖੰਡਨ। ਇਹ ਅਕਾਲ ਪੁਰਖ ਗੁਰੂ ਪਰਮੇਸ਼ਰ ਸਮਰੱਥ ਹੈ। ਜਦੋਂ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਜੁੜਦੇ ਹਾਂ, ਗੁਰੂ ਦੀ ਸੇਵਾ ਕਰਦੇ ਹਾਂ, ਤਾਂ ਗੁਰੂ ਪਰਮੇਸ਼ਰ ਸਾਰੀਆਂ ਚਾਹਨਾ ਪੂਰੀਆਂ ਕਰ ਦਿੰਦੇ ਨੇ। ਪ੍ਰਭ ਪੂਰੀ ਲੋਚ ਹਮਾਰੀ। ਅਕਾਲ ਪੁਰਖ ਪਰਮਾਤਮਾ ਦਾ ਜੇ ਨਾਮ ਜਪੀਏ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਜਿਹਦੇ ਵਸ ਵਿੱਚ ਸਭ ਕਾਮ ਧੇਨ, ਕਾਮਨਾ ਪੂਰੀਆਂ ਕਰਨ ਵਾਲੀ ਧੇਨ ਉਸੇ ਦੇ ਵਸ ਵਿੱਚ ਹੈ। ਸਾਰੀਆਂ ਹੀ ਕਾਮਨਾ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦਾ। ਕਿਸ ਤਰ੍ਹਾਂ? ਉਸ ਪਰਮਾਤਮਾ ਦਾ ਨਾਮ ਲਈਏ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਗੁਰਮੁਖ ਜਾਣੇ ਧਾਰਨਾ ਪੜ੍ਹਦੇ ਹੁੰਦੇ ਸਨ। ਸਭੇ ਇੱਛਾ ਤੇਰੀਆਂ ਹੋਵਣ ਪੂਰੀਆਂ, ਸਤਨਾਮ ਜਪੇ ਵਾਹਿਗੁਰੂ। ਸਭੇ ਇੱਛਾ ਤੇਰੀਆਂ ਹੋਵਣ ਪੂਰੀਆਂ, ਸਤਨਾਮ ਜਪੇ ਵਾਹਿਗੁਰੂ।
ਤੇਰੀਆਂ ਹੋਵਣ, ਦੁਨੀਆਂ ਦੀ ਹੋਵਣ, ਰੱਬ ਨਾਮ ਜਪੇ ਵਾਹਿਗੁਰੂ, ਆਪੇ ਦੁਨੀਆਂ ਤੇਰੀਆਂ ਹੋਵਣ, ਦੁਨੀਆਂ ਰੱਬ ਨਾਮ ਜਪੇ ਵਾਹਿਗੁਰੂ। ਜੋ ਇੱਛਾ ਹੈ ਉਹ ਮਾਲਕ ਕਿਰਪਾ ਕਰ ਦਿੰਦਾ ਜਦੋਂ ਆਪਾਂ ਸਤਿਗੁਰਾਂ ਦੇ ਲੜ ਲੱਗਦੇ ਹਾਂ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਉਸ ਅਕਾਲ ਪੁਰਖ ਨੇ ਸਾਡੀ ਇੱਛਾ, ਸਾਡੀ ਲੋਚਾਂ ਨੂੰ ਪੂਰਾ ਕਰ ਦਿੱਤਾ। ਐਸੀ ਲੋਚ ਕਿ ਜਦੋਂ ਮਾਤਾ ਗੰਗਾ ਜੀ ਨੇ ਕਿਹਾ ਕਿ ਮਹਾਰਾਜ ਕਿਰਪਾ ਕਰੋ, ਘਰ ਵਿੱਚ ਪੁੱਤਰ ਹੋਵੇ, ਖੁਸ਼ੀ ਹੋਵੇ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਈ ਇਹ ਦਇਆ ਸੀ ਕਿ ਗੰਗਾ ਬਾਬਾ ਬੁੱਢਾ ਜੀ ਨੂੰ ਜਾ ਕੇ ਬੇਨਤੀ ਕਰੋ। ਐਸੀ ਕਿਰਪਾ ਇਹ ਅਕਾਲ ਪੁਰਖ ਨੇ ਕੀਤੀ ਕਿ ਵਡਾਲੀ ਨਗਰ ਵਿੱਚ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਇਹ ਲੋਚਾ ਵੀ ਪੂਰੀ ਕਰ ਦਿੱਤੀ। ਜਗਿਆਸੂ ਵੀ ਇਸੇ ਤਰ੍ਹਾਂ ਬੇਨਤੀ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਮਿਹਰ ਕਰ ਦਿੱਤੀ, ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਇਸ਼ਨਾਨ ਕਰਕੇ ਇਸ ਗ੍ਰਹਿ ਦੇ ਵਿੱਚ ਆ ਗਏ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਫਿਰ ਗ੍ਰਹਿ ਗੁਰੂ ਕੇ ਮਹਿਲ ਘਰ ਦੇ ਵਿੱਚ ਆ ਗਏ। ਇਸੇ ਤਰ੍ਹਾਂ ਜੋ ਪਰਮੇਸ਼ਰ ਦਾ ਨਾਮ ਹੈ, ਇਹ ਅੰਤਰਗਤ ਤੀਰਥ ਮਲ ਨਾਓ, ਸਾਡੇ ਅੰਦਰ ਦਾ ਇਸ਼ਨਾਨ ਕਰਾਉਂਦਾ ਹੈ। ਨਾਮ ਜਲ ਦੇ ਵਿੱਚ ਇਸ਼ਨਾਨ ਕਰਕੇ ਅਸੀਂ ਆਪਣੇ ਸਰੂਪ ਘਰ ਵਿੱਚ ਆ ਗਏ ਹਾਂ। ਆਨੰਦ ਮੰਗਲ ਸੁਖ ਪਾਏ। ਜੋ ਆਨੰਦ ਸਰੂਪ ਪਰਮੇਸ਼ਰ ਹੈ, ਜੋ ਮੰਗਲਾਂ ਨੂੰ ਕਰਨ ਵਾਲਾ ਹੈ, ਜੋ ਸਾਰੀਆਂ ਖੁਸ਼ੀਆਂ ਨੂੰ ਬਖਸ਼ਣ ਵਾਲਾ ਹੈ, ਉਹਦੀ ਪ੍ਰਾਪਤੀ ਰੂਪੀ ਸੁੱਖ ਨੂੰ ਪਾ ਲਿਆ। ਇਹ ਜਗਿਆਸੂ ਦੇ ਮਨ ਦੀ ਭਾਵਨਾ ਕਿ ਆਨੰਦ ਮੰਗਲ, ਜੋ ਆਨੰਦ ਸਰੂਪ ਮੰਗਲਮਈ ਸਰੂਪ ਖੁਸ਼ੀਆਂ ਦੇਣ ਵਾਲਾ ਹੈ, ਉਹਦੀ ਪ੍ਰਾਪਤੀ ਸਭ ਤੋਂ ਵੱਡਾ ਸੁੱਖ ਹੈ। ਉਹ ਸੁੱਖ ਨੂੰ ਅਸੀਂ ਪਾ ਲਿਆ ਹੈ। ਸੰਤੋਹ ਰਾਮ ਨਾਮ ਨਿਸਤਰੀਐ। ਹੇ ਸੰਤ ਜਨੋ, ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ, ਵਾਹਿਗੁਰੂ ਜੀ ਦਾ ਨਾਮ ਜਪਣ ਕਰਕੇ ਨਿਸਤਰੀਐ, ਇਹ ਸੰਸਾਰ ਤੋਂ ਤਰਨਾ ਹੁੰਦਾ। ਇਸ ਸੰਸਾਰ ਤੋਂ ਤਰਨ ਦਾ ਤਰੀਕਾ ਫਿਰ ਨਾਮ ਹੈ। ਉਹਨੂੰ ਜਪੀਏ ਕਿਵੇਂ? ਗੁਰੂ ਮਹਾਰਾਜ ਜੀ ਕਹਿੰਦੇ ਊਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕ੍ਰਿਤ ਕਰੀਐ ਰਹਾਉ। ਉੱਠਦਿਆਂ ਬਹਿੰਦਿਆਂ ਪਰਮੇਸ਼ਰ ਦੇ ਨਾਮ ਨੂੰ ਹਰ ਹਰ ਧਿਆਈਏ, ਹਰੀ ਹਰੀ ਧਿਆਈਏ। ਵਾਹਿਗੁਰੂ ਜੀ ਦਾ ਨਾਮ ਜਪੀਏ ਬੈਠੇ ਹੋਏ, ਤੁਰਦੇ ਫਿਰਦੇ ਵੀ, ਖੜੇ ਵੀ, ਜਿੱਥੇ ਵੀ ਹਾਂ ਪ੍ਰਮਾਤਮਾ ਦਾ ਨਾਮ ਧਿਆਉਣਾ ਕਰੀਏ। ਹਰ ਹਰ ਜੋ ਵਾਹਿਗੁਰੂ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਨਾਮ ਨੂੰ ਧਿਆਈਏ। ਭਾਵ ਥੋੜੇ ਸਮਾਂ ਵੀ ਜਿਹੜਾ ਉਹ ਵਿਅਰਥ ਨਾ ਜਾਣ ਦਈਏ। ਵਾਹਿਗੁਰੂ ਦਾ ਨਾਮ ਧਿਆਉਂਦੇ ਰਹੀਏ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰਿ ਦਹੀਐ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਫਿਰ ਬਚਨ ਕੇ ਆਨ ਦਿਨ ਸੁਕ੍ਰਿਤ ਕਰੀਐ।
ਦਿਨ ਰਾਤ ਸ੍ਰੇਸ਼ਟ ਕ੍ਰਿਤ ਨੂੰ ਕਰੀਏ। ਦਿਨ ਰਾਤ ਇਹ ਪੁੰਨ ਕਰਮ ਕਰਨੇ, ਸ਼ੁਭ ਕਾਰਜ, ਚੰਗੇ ਕਰਮ ਇਹ ਸੁਕ੍ਰਿਤ ਹੈ, ਇਸ ਨੂੰ ਕਰੀਏ। ਹੇ ਸੰਤ ਜਨੋ, ਇਸ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਈਏ। ਸਾਨੂੰ ਪਿਆਰ ਨਾਲ ਸੰਤੋ ਰਾਮ ਨਾਮ ਨਿਸਤਰੀਐ। ਆਪਣਿਆਂ ਗੁਰਸਿੱਖਾਂ ਨੂੰ, ਪਿਆਰ ਵਾਲਿਆਂ ਨੂੰ ਸੰਤੋ ਸ਼ਬਦ, ਜਿਵੇਂ ਬਾਣੀ ਵਿੱਚ ਬਹੁਤ ਵਾਰੀ ਗੁਰਸਿੱਖਾਂ ਦੇ ਪ੍ਰਥਾਏ, ਸਾਧ ਸੰਗਤ ਦੇ ਪ੍ਰਥਾਏ ਮਹਾਰਾਜ ਨੇ ਉਚਾਰਿਆ। ਸੰਤੋ ਸੁਣੋ, ਸੁਣੋ ਜਨ ਭਾਈ। ਕਿਤੇ ਮਹਾਰਾਜ ਦੇ ਬਚਨ ਨੇ, ਕਹੈ ਨਾਨਕ ਸੁਣੋ ਸੰਤੋ। ਇਹ ਕਿਹਨੂੰ ਕਹਿ ਰਹੇ? ਸਾਨੂੰ ਕਹਿ ਰਹੇ ਮਹਾਰਾਜ। ਪਿਆਰ ਤੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਮਹਾਰਾਜ ਸੰਤ ਜਨੋ ਜਾਂ ਸੰਤੋ ਸ਼ਬਦ ਵਰਤਦੇ ਆ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਇਸ ਤਰ੍ਹਾਂ ਸਾਨੂੰ ਪਿਆਰ ਨਾਲ, ਕਿਤੇ ਬਚਨ ਆਪਾਂ ਪੜ੍ਹਦੇ ਹਾਂ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ। ਸਾਨੂੰ ਇਹ ਮਹਾਰਾਜ ਨੇ ਕਿਹਾ ਨਾ, ਆਵੋ ਸੰਤ ਪਿਆਰੇ ਹੋ, ਬੜੇ ਪਿਆਰ ਨਾਲ ਸਮਝਾਇਆ ਕਿ ਇਹ ਪਿਆਰੇ ਸੰਤ ਜਨੋ, ਆਓ ਉਸ ਅਕਥ ਦੀਆਂ ਕਹਾਣੀਆਂ ਨੂੰ ਕਰੀਏ। ਸਾਧ ਸੰਗਤ ਵਿੱਚ ਬੈਠ ਕਰਕੇ ਜੋ ਪਰਮਾਤਮਾ ਕਥਨ ਤੋਂ ਰਹਿਤ ਹੈ, ਜਿਹਨੂੰ ਪੂਰਨ ਤੌਰ ਤੇ ਕਥਿਆ ਨਹੀਂ ਜਾ ਸਕਦਾ, ਗੁਰਮੁਖੋ ਜਿਹਨੂੰ ਆਪਾਂ ਪੂਰਨ ਤੌਰ ਤੇ ਕਥਨ ਕਰ ਦਈਏ, ਉਹ ਫਿਰ ਸਾਡੀ ਕਥਾ ਤੋਂ ਵੱਡਾ ਨਹੀਂ ਹੋ ਸਕਦਾ। ਫਿਰ ਤਾਂ ਉਹਦੇ ਬਾਰੇ ਕਥਨ ਵੱਡਾ ਹੋ ਗਿਆ, ਕਥਨ ਕਰਨ ਵਾਲਾ ਵੱਡਾ ਹੋ ਗਿਆ ਤੇ ਉਹ ਛੋਟਾ ਹੋ ਗਿਆ। ਇਸ ਕਰਕੇ ਵਾਹਿਗੁਰੂ ਜੀ ਬਾਰੇ ਕਿਹਾ ਅਕਥ ਹੈ। ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ। ਉਸ ਅਕਥ ਦੀ ਕੋਈ ਕਹਾਣੀ ਕਹੀਏ, ਉਹਦੇ ਬਾਰੇ ਕੋਈ ਦੋ ਗੱਲਾਂ ਕਰੀਏ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਕਿਹੜੀ ਗੱਲ ਕਰਨੀ ਹੈ ਅਕਥ ਬਾਰੇ? ਮਹਾਰਾਜ ਕਹਿੰਦੇ ਕਿ ਉਹ ਕਿਸ ਤਰ੍ਹਾਂ, ਕਿਹੜੇ ਦਰ ਤੋਂ ਉਹਦੀ ਪ੍ਰਾਪਤੀ ਹੋਵੇਗੀ, ਉਸ ਬਾਰੇ ਆਓ ਰਲ ਮਿਲ ਕੇ। ਗੁਰੂ ਸਾਹਿਬ ਜੀ ਨੇ ਕਹਿਣ ਦਾ ਭਾਵ ਸਾਨੂੰ ਸੰਤ ਸ਼ਬਦ ਨਾਲ ਸੰਬੋਧਨ ਕੀਤਾ ਹੈ। ਫਿਰ ਸੰਤ ਸ਼ਬਦ ਪਰਮੇਸ਼ਰ ਗੁਰੂ ਦੇ ਪ੍ਰਥਾਏ ਵੀ ਆਇਆ ਹੈ। ਸੰਤ ਸ਼ਬਦ ਇੱਕ ਅਵਸਥਾ ਹੈ ਨਾਮ ਜਪਣ ਵਾਲੇ ਦੀ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਬੰਦਗੀ ਕੀਤੀ, ਨਾਮ ਜਪਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲਿਆ, ਉਹਨਾਂ ਨੂੰ ਵੀ ਗੁਰਬਾਣੀ ਵਿੱਚ ਸੰਤ ਕਿਹਾ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ। ਉਹ ਮਾਲਕ ਅਕਾਲ ਪੁਰਖ ਨੂੰ ਉੱਠਦਾ ਵੀ ਤੇ ਬਹਿੰਦਾ ਵੀ, ਹਰ ਹਰ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਨੇ ਦਿਨ ਰਾਤ ਇਹ ਸ੍ਰੇਸ਼ਟ ਕ੍ਰਿਤ ਹੈ। ਜਿਵੇਂ ਗੁਰੂ ਮਹਾਰਾਜ ਨੇ ਕਿਹਾ, ਨਾਮ ਜਪੋ ਵੰਡ ਛਕੋ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਇਹ ਗੁਰਮੁਖੋ ਸ੍ਰੇਸ਼ਟ ਕ੍ਰਿਤ ਹੈ ਸਭ ਤੋਂ। ਮਹਾਰਾਜ ਕਹਿੰਦੇ ਇਸ ਕ੍ਰਿਤ ਨੂੰ ਕਰੀਏ ਅਨ ਦਿਨ। ਇਹ ਵੀ ਨਹੀਂ ਕਿ ਕਿਤੇ ਕਤਾਈ ਕ੍ਰਿਤ ਕਰਨ ਵਾਲੀ ਹੈ। ਦਿਨ ਰਾਤ ਉਸ ਪਰਮਾਤਮਾ ਦਾ ਨਾਮ ਜਪਣਾ, ਇਹ ਸ੍ਰੇਸ਼ਟ ਕ੍ਰਿਤ ਕਰਨੀ ਹੈ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰਾਂ ਅੱਗੇ ਬਚਨ ਕਹੇ ਕਿ ਇਹ ਉਸ ਗੁਰਮੁਖ ਦਾ ਮਾਰਗ ਹੈ। ਇਹ ਜਿਹੜਾ ਮਾਰਗ ਹੈ ਨਾ, ਇਹ ਗੁਰਮੁਖਤਾਈ ਦਾ ਮਾਰਗ ਹੈ। ਜੋ ਬਚਨ ਮਹਾਰਾਜ ਨੇ ਫਿਰ ਅੱਗੇ ਪੰਕਤੀ ਵਿੱਚ ਕਹੇ ਨੇ, ਪਿਆਰ ਸਤਿਕਾਰ ਨਾਲ ਪੜ੍ਹੀਏ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ।
ਸੰਤ ਕਾ ਮਾਰਗ ਧਰਮ ਕੀ ਪੌੜੀ। ਜੋ ਸੰਤ ਦੱਸਦੇ ਨੇ ਮਾਰਗ ਗੁਰਮਤਿ ਦਾ, ਉਹ ਮਾਰਗ ਜੋ ਸਾਨੂੰ ਗੁਰਬਾਣੀ ਵਿੱਚ ਦਰਸਾਇਆ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰਮੁਖੋ ਸੰਤ ਦਾ ਮਾਰਗ ਹੈ ਜੋ ਗੁਰਬਾਣੀ ਨੇ ਸਾਨੂੰ ਦੱਸਿਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਇਹ ਧਰਮ ਦੀ ਪੌੜੀ ਹੈ। ਭਾਵ ਸੰਤਾਂ ਦੇ ਦੱਸੇ ਹੋਏ ਰਸਤੇ ਉੱਪਰ ਚੱਲ ਕੇ ਧਰਮ ਦੀ ਜਿਹੜੀ ਪ੍ਰਾਪਤੀ ਹੁੰਦੀ ਹੈ। ਧਰਮ ਜੀਵਨ ਵਿੱਚ ਇਸ ਤਰ੍ਹਾਂ ਕਮਾਇਆ ਜਾਂਦਾ ਤੇ ਇਸ ਪੌੜੀ ਦੇ ਉੱਤੇ ਚੜ੍ਹਨਾ ਹੈ। ਇਹ ਪੌੜੀ ਕਿਹੜੀ ਹੈ? ਇਹਦੇ ਵਿੱਚ ਗਿਆਨ ਦੀਆਂ 7 ਭੂਮਿਕਾ ਰੂਪੀ ਡੰਡੇ ਹੈ। ਜਿਹੜੀ ਧਰਮ ਦੀ ਪੌੜੀ ਹੈ ਨਾ, ਜਿਵੇਂ ਪੌੜੀ ਨੂੰ ਡੰਡੇ ਲੱਗੇ ਹੁੰਦੇ ਆ ਕਿ ਇੱਕ ਡੰਡੇ ਦੇ ਉੱਤੇ ਕਦਮ ਧਰ ਕੇ, ਹੁਣ ਭਾਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਮਕਾਨਾਂ ਵਿੱਚ ਪੱਕੀਆਂ ਪੌੜੀਆਂ ਨੇ, ਉਹਦੇ ਵੀ ਸਟੈਪ ਬਣੇ ਹੋਏ ਆ। ਪਹਿਲਾਂ ਲੱਕੜ ਦੀ ਪੌੜੀ ਸੀ, ਇਕੱਲੇ ਇਕੱਲੇ ਡੰਡੇ ਤੇ ਪੈਰ ਧਰ ਕੇ ਛੱਤ ਤੇ ਅੱਗੇ ਚੜ੍ਹਨਾ। ਤਾਂ ਇਸ ਧਰਮ ਦੀ ਪੌੜੀ ਵਿੱਚ ਗਿਆਨ ਦੀਆਂ 7 ਭੂਮਿਕਾ ਲਿਖੀਆਂ, ਜੋ ਇੱਕ ਤਰ੍ਹਾਂ ਨਾਲ 7 ਡੰਡੇ ਹਨ। ਪਹਿਲੀ ਭੂਮਿਕਾ ਕੀ ਹੈ ਕਿ ਸ਼ੁਭ ਇੱਛਾ ਹੋਣੀ। ਧਰਮ ਦੇ ਵਿੱਚ ਸ਼ੁਰੂਆਤ ਇੱਥੋਂ ਹੈ ਕਿ ਚੰਗੀ ਇੱਛਾ ਮਨ ਵਿੱਚ ਪੈਦਾ ਹੋਵੇ। ਕੋਈ ਇੱਛਾ ਕਿਹੜੀ ਹੈ? ਮੈਂ ਬਾਣੀ ਪੜ੍ਹਾਂ, ਇਹ ਇੱਛਾ ਪੈਦਾ ਹੋ ਜਾਣੀ। ਮੈਂ ਗੁਰਦੁਆਰਾ ਸਾਹਿਬ ਹਰ ਰੋਜ਼ ਜਾਵਾਂ, ਦਰਸ਼ਨ ਕਰਾਂ ਗੁਰੂ ਸਾਹਿਬ ਦੇ, ਸੰਗਤ ਦੀ ਸੇਵਾ ਕਰਾਂ, ਸੰਤਾਂ ਗੁਰਮੁਖਾਂ ਦੀ ਸੰਗਤ ਕਰਾਂ। ਇਸ ਤਰ੍ਹਾਂ ਸ਼ੁਭ ਇੱਛਾ ਰੂਪੀ ਇਹ ਡੰਡਾ ਹੈ। ਇਹ ਸਟੈਪ ਹੈ ਪੌੜੀ ਦਾ। ਪਰਮੇਸ਼ਰ ਦਾ ਸਿਮਰਨ ਮੇਰੇ ਕੋਲੇ ਹੋਵੇ, ਮੈਂ ਸ੍ਰੇਸ਼ਟ ਪੁਰਖਾਂ ਦੀ ਸੰਗਤ ਕਰਾਂ, ਹਮੇਸ਼ਾ ਵਾਸਤੇ ਮੇਰੇ ਅੰਦਰ ਵਿਸ਼ਿਆਂ ਦੇ ਪ੍ਰਤੀ ਨਫ਼ਰਤ ਪੈਦਾ ਹੋ ਜੇ। ਫਿਰ ਇਹ ਮੇਰਾ ਮਨ ਕੁਸੰਗਤ ਵੱਲ ਨਾ ਜਾਵੇ ਕਦੇ। ਜਿਹੜੇ ਚੰਗੇ ਖਿਆਲ ਨੇ, ਸ਼ੁਭ ਖਿਆਲ ਹੈ, ਉਹ ਮੇਰੇ ਅੰਦਰ ਪ੍ਰਗਟ ਹੋਣ। ਇਸੇ ਜਨਮ ਵਿੱਚ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਜੇ। ਜਿੰਨਾ ਚਿਰ ਮੇਰਾ ਸਰੀਰ ਹੈ ਉਨਾ ਸਮਾਂ ਮੇਰੇ ਤੋਂ ਭਜਨ ਹੁੰਦਾ ਰਹੇ, ਬੰਦਗੀ ਮੈਂ ਕਰਦਾ ਰਹਾ, ਮਹਾਂਪੁਰਸ਼ਾਂ ਗੁਰਮੁਖਾਂ ਦੀ ਸੰਗਤ ਕਰਾਂ, ਕਿਸੇ ਤੀਰਥ ਤੇ ਯਾਤਰਾ ਕਰਿਆਵਾਂ, ਕੋਈ ਪਰਉਪਕਾਰ ਦਾ ਕਾਰਜ ਕਰ ਲਵਾਂ। ਇਹ ਗੁਰਮੁਖੋ ਗਿਆਨ ਦੀ ਪਹਿਲੀ ਭੂਮਿਕਾ ਹੈ। ਸ਼ੁਭ ਇੱਛਾ ਪਹਿਲੀ ਭੂਮਿਕਾ ਕਿ ਵਾਹਿਗੁਰੂ ਪਰਮੇਸ਼ਰ ਦੀ ਕਥਾ ਕੀਰਤਨ ਸੁਣਦਿਆਂ ਰੁਮਾਵਲੀ ਖੜੀ ਹੋ ਜਾਣੀ। ਗੁਰਬਾਣੀ ਵਿੱਚ ਇਹ ਭੂਮਿਕਾ ਬਾਰੇ ਦੱਸਿਆ ਹੈ। ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ। ਜਿਵੇਂ ਆਪਾਂ ਕਿਸੇ ਬਹੁਤ ਆਪਣੇ ਪਿਆਰੇ ਨੂੰ ਉਡੀਕਦੇ ਹੋਈਏ ਤੇ ਬਰਾਗ ਵਿੱਚ ਡੂੰਘੇ ਜੇ ਸਾਹ ਆਉਣ ਲੱਗ ਜਾਣ,
ਇਸੇ ਤਰ੍ਹਾਂ ਪੰਥ ਨਿਹਾਰੈ ਕਾਮਨੀ, ਇਹ ਜੀਵ ਰੂਪ ਇਸਤਰੀ ਉਸ ਪੰਥ ਨੂੰ ਵੇਖਦੀ, ਉਸ ਰਸਤੇ ਵੱਲ ਨੂੰ। ਲੋਚਨ ਭਰੀ, ਅੱਖਾਂ ਭਰੀਆਂ ਹੋਈਆਂ ਵਿਰਾਗ ਵਿੱਚ, ਲੈ ਉਸਾਸਾ, ਡੂੰਘੇ ਸਾਹ ਲੈ ਰਹੀ ਹੈ। ਇੱਕ ਪ੍ਰੇਮੀ ਦੀ ਅਵਸਥਾ ਹੈ ਗੁਰਮੁਖੋ, ਜਿਹਦੇ ਅੰਦਰ ਪ੍ਰੇਮ ਹੈ। ਔਰ ਨਾ ਭੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਪੁਰਾਣੇ ਸਮਿਆਂ ਵਿੱਚ ਬਨੇਰੇ ਤੇ ਬੈਠਾ ਕਾਂ ਕੁਰਲਾਉਂਦਾ ਹੈ, ਕਹਿਣਾ ਉੱਡ ਜਾ ਕਾਗਾ, ਮੈਨੂੰ ਆਪਣੇ ਪਿਆਰੇ ਦੇ ਮਿਲਣ ਦੀ ਚਾਹਨਾ ਹੈ। ਉੱਡ ਜਾ, ਜਿੱਧਰ ਜਾਂਦਾ ਕੋਈ ਹੋ ਸਕਦਾ ਸੰਬੰਧੀ ਰਿਸ਼ਤੇਦਾਰ ਆਉਣਾ ਹੋਵੇ। ਇਹੋ ਜਿਹੇ ਅੰਦਾਜ਼ੇ ਹੁੰਦੇ ਸੀ ਪੁਰਾਣੇ ਬਜ਼ੁਰਗਾਂ ਦੇ। ਇਸੇ ਤਰ੍ਹਾਂ ਹੀ ਮਨ ਵਿੱਚ ਜਿਹੜਾ ਜਗਿਆਸੂ ਹੈ, ਉਹਦੇ ਬਹੁਤ ਜ਼ਿਆਦਾ ਤਾਂਘ ਹੈ। ਆਪਾਂ ਜੀਵ ਰੂਪ ਇਸਤਰੀਆਂ ਤੇ ਪਤੀ ਰੂਪ ਪਰਮਾਤਮਾ ਹੈ। ਉਸ ਪਤੀ ਪਰਮਾਤਮਾ ਨੂੰ ਮਿਲਣ ਲਈ ਜੀਵ ਰੂਪ ਇਸਤਰੀ ਪੰਥ ਨਿਹਾਰੈ ਕਾਮਨੀ, ਇਹ ਉਸ ਰਸਤੇ ਨੂੰ ਵੇਖਦੀ ਹੈ। ਲੋਚਨ ਭਰੀ, ਅੱਖਾਂ ਭਰੀਆਂ ਵਿਰਾਗ ਦਾ, ਲੈ ਉਸਾਸਾ, ਡੂੰਘੇ ਸਾਹ ਲੈ ਰਹੀ। ਔਰ ਨਾ ਭੀਜੈ ਪੱਗ ਨਾ ਖਿਸੈ, ਪੱਗ ਕਿਤੇ ਥਿੜਕ ਨਾ ਜਾਵੇ ਇੱਥੇ, ਕਿਉਂਕਿ ਮਨ ਦੇ ਵਿੱਚ ਹਰ ਦਰਸ਼ਨ ਕੀ ਆਸਾ, ਮੇਰੇ ਮਨ ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ, ਮੇਰੇ ਮਨ ਹਰ ਦਰਸ਼ਨ ਕੀ ਆਸਾ। ਪਰਮੇਸ਼ਰ ਦੇ ਦਰਸ਼ਨਾਂ ਦੀ, ਗੁਰੂ ਦੇ ਦਰਸ਼ਨਾਂ ਦੀ ਜਿਹਦੇ ਅੰਦਰ ਆਸ ਹੈ,
ਭਾਈ ਸਾਈਂ ਦਾਸ ਜੀ ਡਰੋਲੀ ਭਾਈ ਵਾਲੇ ਭਾਵੇਂ ਕਿ ਰਿਸ਼ਤੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਢੂ ਲੱਗਦੇ, ਜੋ ਮਾਤਾ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਦੇ ਮਹਿਲ, ਉਹਨਾਂ ਦੀ ਵੱਡੀ ਭੈਣ ਬੀਬੀ ਰਾਮੋ ਭਾਈ ਸਾਈਂ ਦਾਸ ਨੂੰ ਵਿਆਹੀ ਸੀ ਤੇ ਭਾਈ ਸਾਈਂ ਦਾਸ ਨੇ ਨਵਾਂ ਮਕਾਨ ਬਣਾਇਆ। ਮਨ ਵਿੱਚ ਇਹ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਰੱਬ ਜਿੰਨੀ ਭਾਵਨਾ, ਇਹ ਭਾਵਨਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਹੈ। ਕਦੇ ਵੀ ਭਾਈ ਸਾਈਂ ਦਾਸ ਦੇ ਮਨ ਵਿੱਚ ਇਹ ਨਹੀਂ ਸੀ ਗਿਆ ਕਿ ਮਹਾਰਾਜ ਮੇਰੇ ਤੇ ਸਾਢੂ ਨੇ, ਨਹੀਂ, ਰੱਬ ਜਾਣਦਾ ਹੈ। ਨਵਾਂ ਮਕਾਨ ਬਣਾ ਕੇ ਸਤਿਗੁਰਾਂ ਦਾ ਆਸਣ ਲਾਤਾ ਔਰ ਭਾਵਨਾ ਇਹ ਕਿ ਜਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਕੇ ਬਿਰਾਜਮਾਨ ਨਹੀਂ ਹੋ ਜਾਂਦੇ, ਮੈਂ ਇਸ ਘਰ ਵਿੱਚ ਵਸਣਾ ਨਹੀਂ, ਪੁਰਾਣੇ ਮਕਾਨ ਵਿੱਚ ਰਹਿੰਦਾ ਰਿਹਾ। ਇੱਕ ਵਾਰੀ ਬੀਬੀ ਰਾਮੋ ਨੇ ਆਪਣੇ ਪਤੀ ਸਾਈਂ ਦਾਸ ਨੂੰ ਕਿਹਾ, ਪਤੀ ਦੇਵ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਿਓ ਨੇ ਕਿ ਮਹਾਰਾਜ ਕਿਰਪਾ ਕਰੋ, ਦਰਸ਼ਨ ਦਿਓ, ਘਰ ਵਿੱਚ ਚਰਨ ਪਾਓ, ਨਵਾਂ ਮਕਾਨ ਬਣਾਇਆ। ਕਹਿਣ ਲੱਗਿਆ ਗੁਰੂ ਸਾਹਿਬ ਜਾਣੀ ਜਾਣ। ਗੁਰੂ ਹਰਗੋਬਿੰਦ ਸਾਹਿਬ ਉਹ ਦਾਤਾ ਜਾਣੀ ਜਾਣ, ਜਿਹੜਾ ਗੁਰਮੁਖ ਹੈ ਨਾ, ਉਹਦੇ ਅੰਦਰ ਦੀ ਬੇਨਤੀ ਨੂੰ ਸਤਿਗੁਰੂ ਸਰਵਣ ਕਰ ਲੈਂਦਾ। ਇੱਕ ਭਾਵਨਾ ਦੇ ਤਹਿਤ ਬੇਨਤੀ ਹੋਈ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਭਾਈ ਕੀ ਡਰੋਲੀ ਆ ਕੇ ਦਰਸ਼ਨ ਦਿੱਤੇ। ਉਸ ਨਵੇਂ ਮਕਾਨ ਵਿੱਚ ਚਰਨ ਪਾਏ, ਆਪਣੇ ਪਿਆਰੇ ਦੀ ਭਾਵਨਾ ਪੂਰੀ ਕੀਤੀ। ਕਸ਼ਮੀਰ ਦੇ ਰਹਿਣ ਵਾਲੇ ਭਾਈ ਸੇਵਾਦਾਸ ਜੀ ਹੋਏ ਨੇ ਮਹਾਰਾਜ ਦੇ ਮਹਾਨ ਗੁਰਸਿੱਖ। ਉਹਨਾਂ ਦੀ ਬੁੱਢੜੀ ਮਾਤਾ ਸੀ, ਉਹਨੇ ਹਰ ਸਮੇਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਜੀ ਦੇ ਦਰਸ਼ਨ ਦੀ ਇੱਛਾ ਮਨ ਵਿੱਚ ਧਾਰੀ ਤੇ ਇਸ ਤਰ੍ਹਾਂ ਦੀ ਭਾਵਨਾ ਕਿ ਦਰਸ਼ਨਾਂ ਦੀ ਇੱਛਾ ਤੇ ਬਰਾਗ ਬਹੁਤ ਜ਼ਿਆਦਾ ਹੁੰਦਾ ਸੀ ਮਾਤਾ ਨੂੰ। ਹਰ ਸਮੇਂ ਬਰਾਗ ਵਿੱਚ ਅੱਖਾਂ ਵਿੱਚੋਂ ਜਲ ਡਿੱਗੀ ਜਾਣਾ, ਨਿਗਾਹ ਘਟਦੀ ਦਿਸਣਾ ਬੰਦ ਹੋ ਗਿਆ, ਪਰ ਉਹ ਆਸਾ ਨੂੰ ਕੋਈ ਠੱਲ ਨਹੀਂ ਪਈ। ਕਹਿਣ ਦਾ ਭਾਵ ਕਿਤੇ ਉਹ ਆਸਾ ਮੱਠੀ ਨਾ ਹੋਈ। ਕਈ ਵਾਰ ਕੀ ਹੁੰਦਾ ਹੈ, ਸਮਾਂ ਬੀਤਣ ਤੇ ਦੁਨੀਆ ਅੰਦਰੋਂ ਭਾਵਨਾ ਖਤਮ ਹੋ ਜਾਂਦੀ ਹੈ ਤੇ ਮੇਰੀ ਇੱਛਾ ਤਾਂ ਪੂਰੀ ਨਹੀਂ ਹੋਈ। ਕਹੀ ਜਾਂਦੇ ਆ ਰੱਬ ਸਾਰੀਆਂ ਇੱਛਾ ਪੂਰੀਆਂ ਕਰਦਾ, ਮੇਰੀ ਨਹੀਂ ਪੂਰੀ ਹੋਈ। ਪਰ ਉਹ ਧੰਨ ਨੇ ਐਸੇ ਪਿਆਰੇ ਕਿ ਬਰਾਗ ਵਿੱਚ ਜਲ ਡਿੱਗਦਾ, ਨੇਤਰਾਂ ਵਿੱਚੋਂ ਡਿੱਗਦੇ ਜਲ ਨਾਲ ਨਿਗਾਹ ਚਲੀ ਗਈ, ਅੱਖਾਂ ਤੋਂ ਅੰਧੀ ਹੋ ਗਈ ਹੈ, ਫਿਰ ਵੀ ਅੰਦਰ ਦੀ ਭਾਵਨਾ ਉਸੇ ਤਰ੍ਹਾਂ ਬਰਕਰਾਰ ਹੈ। ਕਦੋਂ ਹੋਣਗੇ ਦੀਦਾਰੇ ਮੇਰਿਆ ਮਾਲਕਾ, ਦੁਨੀਆਂ ਨੇ ਤਰ ਦੀਆਂ। ਕਦੋਂ ਹੋਣਗੇ ਦੀਦਾਰੇ ਮੇਰੇ ਮਾਲਕਾ, ਦੁਨੀਆਂ ਨੇ ਤਰ ਦੀਆਂ।
ਐਸੀ ਇਸ ਤਰ੍ਹਾਂ ਦੀ ਭਾਵਨਾ ਵਿਰਾਗ ਹੋ ਜੇ, ਪ੍ਰੇਮ ਹੋ ਜੇ ਤੇ ਜਿਹੜੇ ਸੱਚ ਦੇ ਆਸ਼ਿਕ ਬਣ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਸ਼ਮੀਰ ਦੀ ਧਰਤੀ ਤੇ ਜਾ ਕੇ ਉਸ ਮਾਤਾ ਦੀ ਇੱਛਾ ਪੂਰੀ ਕੀਤੀ, ਉਹਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਇਹ ਅੰਦਰ ਦੀ ਭਾਵਨਾ ਹੈ। ਜਿਹੜਾ ਆਸ਼ਿਕ ਹੈ ਨਾ, ਪਰਮੇਸ਼ਰ ਦਾ ਪਿਆਰਾ ਹੈ। ਪੰਡਿਤ ਹਰਦੇਵ ਸਿੰਘ ਜੀ, ਉਹਨਾਂ ਦੀ ਕ੍ਰਿਤ ਇੱਕ ਗ੍ਰੰਥ ਹੈ, ਉਹਦਾ ਨਾਮ ਹੈ ਸ੍ਰੀ ਨਾਰਾਇਣ ਹਰੀ ਉਪਦੇਸ਼। ਉਹ ਲਿਖਦੇ ਨੇ ਕਿ 9 ਨਿਸ਼ਾਨੀਆਂ ਨੇ ਰੱਬ ਦੇ ਆਸ਼ਿਕ ਦੀਆਂ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਐ ਪੁੱਤਰ ਆਸ਼ਿਕ ਦੀਆਂ 9 ਨਿਸ਼ਾਨੀਆਂ ਨੇ ਜਿਹੜੇ ਰੱਬ ਦੇ ਆਸ਼ਿਕ ਹੈ। ਪਹਿਲੀ ਨਿਸ਼ਾਨੀ ਕੀ ਹੈ? ਆਹ ਸ਼ਰਦੋ ਰੰਗ ਜ਼ਰਦੋ ਚਸ਼ਮ ਤਰ। ਪਹਿਲੀ ਹੈ ਆਹ ਸ਼ਰਦੋ, ਠੰਡੇ ਸਵਾਸ ਆਉਂਦੇ, ਆਹ ਸ਼ਰਦੋ। ਦੂਜਾ ਰੰਗ ਜ਼ਰਦ ਹੋ ਜਾਣਾ, ਰੰਗ ਪੀਲਾ ਹੋ ਜਾਂਦਾ। ਚਸ਼ਮ ਤਰ, ਨੇਤਰਾਂ ਵਿੱਚੋਂ ਜਲ ਵਹਿੰਦਾ। ਚਸ਼ਮ ਇਹ ਫਾਰਸੀ ਦਾ ਸ਼ਬਦ ਹੈ, ਚਸ਼ਮ। ਆਮ ਤੌਰ 'ਤੇ ਆਪਾਂ ਅੱਖਾਂ 'ਤੇ ਐਨਕਾਂ ਲਾਈਆਂ, ਜਿਹੜਾ ਇਹ ਕਹਿੰਦੇ ਫਲਾਣੇ ਦੇ ਚਸ਼ਮੇ ਲੱਗੇ ਆ। ਚਸ਼ਮ ਅੱਖਾਂ ਨੂੰ ਕਹਿੰਦੇ ਆ, ਭਾਵ ਅੱਖਾਂ 'ਤੇ ਹੋਰ ਅੱਖਾਂ ਲਾ ਲਈਆਂ ਜਦੋਂ ਨਿਗਾਹ ਘਟ ਗਈ। ਇਹ ਵੀ ਤਾਂ ਅੱਖਾਂ ਹੀ ਹੈ, ਇਹ ਫਾਰਸੀ ਦੇ ਵਿੱਚ ਆ ਜਾਂਦਾ। ਚਸ਼ਮ, ਅੱਖਾਂ, ਨੇਤਰ, ਇਹ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਹੈ। ਚਸ਼ਮ ਤਰ, ਨੇਤਰਾਂ ਵਿੱਚੋਂ ਜਲ ਵਹਿੰਦਾ। ਚਸ਼ਮ ਨੇਤਰ ਤਰ ਹੋ ਜਾਂਦੇ ਆ। ਕੰਮ ਗੁਫਤਮੋ, ਜਿਹੜਾ ਪ੍ਰੇਮੀ ਹੈ ਨਾ, ਰੱਬ ਦਾ ਆਸ਼ਿਕ ਹੈ, ਕੰਮ ਗੁਫਤਮੋ, ਘੱਟ ਬੋਲਣਾ ਸ਼ੁਰੂ ਕਰ ਦਿੰਦਾ। ਕੰਮ ਖੁਰਦਨੋਂ, ਗੁਰਮੁਖੋਂ ਘੱਟ ਖਾਣਾ ਸ਼ੁਰੂ ਕਰ ਦਿੰਦਾ। ਖ਼ਵਾਬ ਹਰਾਮ, ਉਹਨੂੰ ਨੀਂਦ ਵੀ ਹਰਾਮ ਹੋ ਜਾਂਦੀ ਹੈ। ਆਪਾਂ ਕਹਿੰਦੇ ਅਸੀਂ ਪਿਆਰੇ ਹਾਂ, ਅਸੀਂ ਖਾਂਦੇ ਵੀ ਵੱਧ ਆ, ਸੌਂਦੇ ਵੀ ਬਹੁਤ ਜ਼ਿਆਦਾ ਆ। ਲੇਕਿਨ ਜਿਹੜਾ ਰੱਬ ਦਾ ਆਸ਼ਿਕ ਹੈ, ਕੰਮ ਗੁਫਤਮੋ, ਕੰਮ ਖੁਰਦਮੋ, ਖ਼ਵਾਬਸ਼ ਹਰਾਮ, ਘੱਟ ਬੋਲਣਾ, ਘੱਟ ਖਾਣਾ ਤੇ ਸੌਣਾ ਵੀ ਹਰਾਮ ਹੋ ਜਾਂਦਾ ਹੈ। ਇੰਤਜ਼ਾਰੀ ਬੇਕਰਾਰੀ ਦਸਤ ਸਰ, ਸਤਵਾਂ ਹੈ ਇੰਤਜ਼ਾਰ, ਉਡੀਕ ਹੈ। ਆਸ ਨਹੀਂ ਤੋੜਦਾ, ਕਦੇ ਉਡੀਕ ਛੱਡਦਾ ਨਹੀਂ ਹੈ। ਬੇਕਰਾਰੀ, ਬੇਚੈਨੀ ਹੋ ਜਾਂਦੀ ਹੈ, ਕਦੋਂ ਮਿਲੇਗਾ। ਦਸਤ ਸਰ, ਮੱਥੇ 'ਤੇ ਹੱਥ ਰੱਖਦਾ ਹੈ। ਇਸ ਤਰ੍ਹਾਂ ਦੇ ਬਰਾਗਬਾਨ ਦੀ ਹੈ ਇੱਛਾ ਹੋਵੇ ਸ਼ੁਭ। ਬੇਨਤੀ ਕਰ ਰਹੇ ਸੀ, ਧਰਮ ਕਾ ਮਾਰਗ ਸੰਤ ਕਾ ਮਾਰਗ, ਧਰਮ ਕੀ ਪੌੜੀ। ਜਿਹੜੇ ਸੰਤ ਮਾਰਗ ਦੱਸਦੇ ਨੇ, ਧਰਮ ਦੀ ਪੌੜੀ,
ਉਹ ਧਰਮ ਦੀ ਪੌੜੀ ਹੈ। ਇਹ ਪੌੜੀ ਦੇ ਜਿਵੇਂ ਡੰਡੇ ਹੁੰਦੇ ਆ, ਧਰਮ ਦੀਆਂ ਗਿਆਨ 7 ਭੂਮਿਕਾ ਨੇ, ਜਿਹਦੇ ਵਿੱਚੋਂ ਪਹਿਲੀ ਆਪਾਂ ਵਿਚਾਰੀ ਸ਼ੁਭ ਇੱਛਾ ਪੈਦਾ ਹੋ ਜਾਣੀ, ਇਹ ਗਿਆਨ ਦੀ ਪਹਿਲੀ ਭੂਮਿਕਾ ਹੈ। ਦੂਜੀ ਹੈ ਸੋ ਵਿਚਾਰਨਾ, ਚੰਗੀ ਵਿਚਾਰ, ਸ੍ਰੇਸ਼ਟ ਵਿਚਾਰ ਜੀਵਨ ਵਿੱਚ ਆ ਜਾਣੀ। ਮੈਂ ਕੀ ਹਾਂ, ਸੰਸਾਰ ਕੀ ਹੈ, ਬ੍ਰਹਮ ਕੀ ਹੈ, ਮੈਂ ਕੀ ਕਰਨ ਵਾਸਤੇ ਆਇਆ, ਕੀ ਮੈਨੂੰ ਕਰਨਾ ਚਾਹੀਦਾ। ਇਸ ਤਰ੍ਹਾਂ ਦੀ ਸ਼ੁਭ ਵਿਚਾਰ ਜੀਵਨ ਵਿੱਚ ਫੁਰਨੀ ਕਿ ਮੈਂ ਕੋਈ ਚੀਜ਼ ਨਹੀਂ, ਸਭ ਕੁਝ ਪਰਮੇਸ਼ਰ ਹੈ। ਸ਼ੁਭ ਵਿਚਾਰ ਐਸੀ ਆ ਜਾਣੀ। ਹਮ ਕਿਛ ਨਾਹੀ ਏਕੈ ਉਹੀ, ਆਗੈ ਪਾਛੈ ਏਕੋ ਸੋਈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਗੁਰੂ ਦੇ ਚਰਨਾਂ 'ਚ ਆਪਾਂ ਬੇਅੰਤ ਪਦਾਰਥ ਭੇਟਾ ਰੱਖਦੇ ਹਾਂ ਕਿ ਭਾਵਨਾ ਨਾਲ ਕਿ ਮਾਲਕ ਜੀ ਸਾਰਾ ਕੁਝ ਹੈ ਤੇ ਤੇਰਾ ਹੀ ਹੈ, ਆ ਸਭ ਕੁਝ ਤੈਂ ਬਖਸ਼ਿਆ, ਮਾਣ ਧਨ ਪਦਾਰਥ ਸਾਰੇ ਤੇਰੇ ਦਿੱਤੇ ਹੋਏ ਨੇ। ਇਸ ਕਰਕੇ ਅੰਦਰ ਇਹ ਭਾਵਨਾ, ਇਹ ਗਿਆਨ ਦੀ ਦੂਜੀ ਭੂਮਿਕਾ ਹੈ ਕਿ ਅੰਦਰ ਐਸੀ ਭਾਵਨਾ ਆ ਜਾਣੀ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ। ਭਾਵਨਾ ਹੈ ਹੋ ਜਾਣੀ। ਸੋ ਵਿਚਾਰ ਜਿਹੜੀ ਹੈ ਸ੍ਰੇਸ਼ਟ ਅੰਦਰ ਪੈਦਾ ਹੋ ਜਾਣੀ। ਇਹ ਗੁਰਮੁਖੋ ਦੂਜੀ ਭੂਮਿਕਾ ਹੈ। ਫਿਰ ਅੱਗੇ ਤੀਜੀ ਭੂਮਿਕਾ ਹੈ ਤਨੂ ਮਾਨਸਾ। ਜਿਹੜੀਆਂ ਮਨ ਦੀਆਂ ਵਾਸ਼ਨਾ ਨੇ ਉਹ ਸੂਖਮ ਹੋ ਜਾਣੀਆਂ, ਉਹ ਰੁਕ ਜਾਣੀਆਂ, ਪਤਲੀਆਂ ਪੈ ਜਾਣੀਆਂ। ਸੁੱਤ ਬਿੱਤ ਲੋਕ ਈਖਣਾ ਤੀਨੀ, ਇਹ ਵਾਸ਼ਨਾ ਮਿਟ ਜਾਣੀਆਂ। ਨੂੰ ਕਿਹਾ ਗ੍ਰੰਥਾਂ ਵਿੱਚ ਤਨੂ ਭੂਮਿਕਾ। ਕਾਮ ਕ੍ਰੋਧ ਮਿਟੇ ਤੇ ਸਲੋਭਾ, ਜਦੋਂ ਇਹ ਮਿਟ ਗਏ, ਐਸੀ ਜਿਹੜੀ ਇਹ ਤੀਜੀ ਭੂਮਿਕਾ ਗਿਆਨ ਦੀ। ਚੌਥੀ ਹੈ ਸਤ ਆਪਤ, ਸਤ ਦੀ ਪ੍ਰਾਪਤੀ ਹੋਣੀ। ਜਿਵੇਂ ਸੁੱਤਾ ਪਿਆ ਆਦਮੀ ਹੈ, ਜਦੋਂ ਜਾਗ ਪਵੇ, ਜਾਗੇ ਹੋਏ ਨੂੰ ਸਾਰਾ ਗਿਆਨ ਹੋ ਜਾਂਦਾ। ਭਾਵ ਫਿਰ ਇਸ ਤਰ੍ਹਾਂ ਸੱਤ ਦੇ ਯਥਾਰਥ ਗਿਆਨ ਦੀ ਪ੍ਰਾਪਤੀ ਹੋ ਜਾਣੀ। ਇਹ ਗਿਆਨਵਾਨਾਂ ਦੀ ਅਵਸਥਾ, ਜਾਗਰਤ ਅਵਸਥਾ ਦੀ ਨਿਆਈ। ਸਾਰਾ ਸੰਸਾਰ ਆਤਮ ਸਰੂਪ ਦਿਸਣਾ। ਇਸ ਤਰ੍ਹਾਂ ਦੀ ਭਾਵਨਾ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਫਿਰ ਪੰਜਵੀਂ ਭੂਮਿਕਾ ਹੈ ਅਸੰਸਕਤ। ਅਸ ਹੰਕਾਰ ਦਾ, ਮੋਹ ਦਾ ਦੂਰ ਹੋ ਜਾਣਾ, ਨਿਵਰਤ ਹੋ ਜਾਣਾ। ਮਾਨ ਮੋਹ ਦੋਨੋਂ ਕੋ ਪਰਹਰ, ਗੋਬਿੰਦ ਕੇ ਗੁਣ ਗਾਵੇ। ਮਾਣ ਨੂੰ ਵੀ ਮੋਹ ਨੂੰ ਵੀ ਛੱਡ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਣੇ। ਫਿਰ ਛੇਵੀਂ ਭੂਮਿਕਾ ਹੈ ਪਦਾਰਥਾ ਭਾਵਨੀ, ਕਿ ਪਰਮੇਸ਼ਰ ਤੋਂ ਬਿਨਾਂ ਕੋਈ ਵੀ ਪਦਾਰਥ ਪ੍ਰਤੀਤ ਹੀ ਨਾ ਹੋਣਾ, ਐਸੀ ਭਾਵਨਾ ਹੋ ਜਾਂਦੀ ਹੈ। ਜਿਹੜੀ ਸੁਖੋਪਤ ਅਵਸਥਾ ਹੈ, ਜਿਵੇਂ ਗੂੜੀ ਨੀਂਦ ਵਿੱਚ ਸੁੱਤੇ ਹੋਈਏ, ਉਦੋਂ ਕੋਈ ਪਦਾਰਥ ਨਹੀਂ ਹੁੰਦਾ, ਪਦਾਰਥ ਮਿਟੇ ਹੁੰਦੇ ਨੇ।
ਇਸੇ ਤਰ੍ਹਾਂ ਹੀ ਜਦੋਂ ਸੁਰਤੀ ਇਹ ਗਿਆਨ ਦੀ ਭੂਮਿਕਾ ਵਿੱਚ ਛੇਵੀਂ ਭੂਮਿਕਾ ਵਿੱਚ ਜਾਂਦੀ ਹੈ ਤਾਂ ਗੁਰਮੁਖੋ ਫਿਰ ਪਦਾਰਥ ਦਾ ਚੇਤਾ ਭੁੱਲ ਜਾਂਦਾ ਹੈ। ਸੁਖੋਪਤ ਅਵਸਥਾ ਦੀ ਨਿਆਈਆਂ ਨੂੰ ਕਿਹਾ ਬਾਣੀ ਵਿੱਚ, ਅੰਤਰ ਸੁੰਨੰ ਬਾਹਰ ਸੁੰਨੰ ਤਿਰਭਵਨ ਸੁੰਨਮ ਸੁੰਨੰ। ਚੌਥੇ ਸੁੰਨੇ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ। ਫਿਰ ਉੱਥੇ ਕੋਈ ਪਾਪ ਪੁੰਨ ਵੀ ਨਹੀਂ ਹੈ। ਅੱਗੇ ਸੱਤਵੀਂ ਭੂਮਿਕਾ ਹੈ ਤੁਰੀਆ ਪਦ। ਹਰ ਵਕਤ ਬਿਰਤੀ ਬ੍ਰਹਮ ਵਿੱਚ ਲੀਨ ਹੋ ਜਾਣੀ, ਜੀਵ ਭਾਵ ਮਿਟ ਜਾਣਾ। ਤੁਰੀਆ ਪਦ ਜਾਗਰਤ ਸੁਪਨ ਸੁਖੋਪਤ, ਇਹਨਾਂ ਤਿੰਨਾਂ ਅਵਸਥਾ ਦਾ ਵੀ ਨਾ ਹੋਣਾ। ਇਸ ਤਰ੍ਹਾਂ ਦੀ ਜਿਹੜੀ ਤੁਰੀਆ ਹੈ ਤਤ ਭਾਵ ਦੇ ਵਿੱਚ ਹੀ ਸੁਰਤੀ ਜੁੜ ਜਾਣੀ। ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ। ਗੁਰੂ ਨੇ ਗਿਆਨ ਦਿੱਤਾ ਕਿ ਇਹ ਬਾਹਰ ਵੀ ਤੇ ਅੰਦਰ ਵੀ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ। ਤੁਰੀਆ ਪਦ ਵਿੱਚ ਜਦੋਂ ਜੁੜ ਗਏ ਨਾ ਗੁਰਮੁਖ ਭਗਤ ਨਾਮਦੇਵ ਜੀ, ਫਿਰ ਉਸ ਅਵਸਥਾ ਦੀ ਗੱਲ ਗੁਰਬਾਣੀ ਵਿੱਚ ਕਰਦੇ ਹਨ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਤਰ੍ਹਾਂ ਦੀ ਭਾਵਨਾ ਜਦੋਂ ਹੋ ਜਾਂਦੀ ਹੈ ਕਿ ਸਾਰੇ ਪਾਸੇ ਬ੍ਰਹਮ ਗੁਰੂ ਰੂਪ ਹੀ ਵੇਖਣਾ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਸੱਤਵੀਂ ਭੂਕ ਹੈ ਗਿਆਨ ਦੀ ਤੁਰੀਆ ਪਦ। ਭਾਈ ਕਨਈਏ ਦੀ ਸ਼ਿਕਾਇਤ ਕਰ ਦਿੱਤੀ ਸਿੱਖਾਂ ਨੇ, ਮਹਾਰਾਜ ਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੰਦਾ। ਅਸੀਂ ਫੱਟੜ ਕਰਕੇ ਜੰਗ ਵਿੱਚ ਸੁੱਟਦੇ ਹਾਂ ਪਾਸੇ, ਤੇ ਜਦੋਂ ਪਾਣੀ ਮੰਗਦੇ ਨੇ ਕਨਈਆ ਜਾ ਕੇ ਪਾਣੀ ਪਿਆਉਂਦਾ। ਮਹਾਰਾਜ ਸਾਨੂੰ ਤੇ ਲੱਗਦਾ ਦੁਸ਼ਮਣਾਂ ਨਾਲ ਹੀ ਮਿਲ ਗਿਆ ਲੱਗਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤਰਜਾਮੀ ਪਾਤਸ਼ਾਹ ਨੇ ਹੁਣ ਸਿੱਖਿਆ ਦੇਣੀ ਹੈ ਕਿ ਜਿਹੜਾ ਗੁਰੂ ਹੈ ਨਾ, ਉਹਦੇ ਅੰਦਰ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ।
ਸਮੁੰਦਰ ਦੇ ਬਾਹਰ ਉੱਪਰ ਲਹਿਰਾਂ ਦਿਸਦੀਆਂ, ਪਰ ਅੰਦਰੋਂ ਸ਼ਾਂਤ। ਇਸੇ ਤਰ੍ਹਾਂ ਬਾਹਰੋਂ ਹੀ ਲੱਗਦਾ ਜੰਗ ਹੋਏ, ਆ ਹੋਇਆ, ਅੰਦਰ ਕਿੰਨਾ ਆਨੰਦ ਤੇ ਸ਼ਾਂਤੀ ਹੈ। ਸੱਦ ਲਿਆ ਭਾਈ ਘਨੱਈਏ ਨੂੰ। ਭਾਈ ਸਾਹਿਬ ਜੀ, ਤੁਹਾਡੀ ਸ਼ਿਕਾਇਤ ਹੋ ਗਈ। ਸਿੱਖ ਕਹਿੰਦੇ ਨੇ ਤੁਸੀਂ ਦੁਸ਼ਮਣਾਂ ਨਾਲ ਮਿਲ ਗਏ ਹੋ, ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਸਿੱਖ ਕੋਲੇ ਖੜੇ ਹੈ, ਮਹਾਰਾਜ ਨੂੰ ਹੱਥ ਬੰਨ੍ਹ ਕੇ ਕਹਿੰਦਾ, ਨਹੀਂ ਮਹਾਰਾਜ, ਮੈਂ ਤੇ ਕਿਸੇ ਦੁਸ਼ਮਣ ਨੂੰ ਨਹੀਂ ਪਿਆਇਆ ਪਾਣੀ। ਉਹ ਕਹਿੰਦੇ, ਮਹਾਰਾਜ ਸਾਡੇ ਸਾਹਮਣੇ ਅਸੀਂ ਆਪ ਵੇਖਿਆ, ਮਸ਼ਕ ਲੈ ਕੇ ਭੱਜ ਕੇ ਪਿਆਉਂਦਾ ਹੈ। ਇਹ ਤੇ ਦੇਖਦਾ ਨਹੀਂ ਹੈ, ਜਦੋਂ ਕੋਈ ਦੁਸ਼ਮਣ ਆਵਾਜ਼ ਮਾਰਦਾ ਉਹਨੂੰ, ਵੀ ਸਿੱਖ ਮਾਰਦਾ ਉਹਨੂੰ, ਭੱਜ ਕੇ ਪਿਆਉਂਦਾ। ਸਾਨੂੰ ਤਾਂ ਲੱਗਦਾ ਮਿਲਿਆ ਹੋਇਆ, ਪਰ ਤੁਹਾਡੇ ਕੋਲੇ ਝੂਠ ਬੋਲਦਾ ਹੈ। ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਦੱਸੋ ਫਿਰ, ਤੁਸੀਂ ਤੇ ਝੂਠ ਬੋਲ ਰਹੇ ਹੋ। ਸਿੱਖ ਕਹਿੰਦੇ, ਨਾ ਮਹਾਰਾਜ, ਸੱਚ ਜਾਣੋ, ਮੈਨੂੰ ਪਤਾ ਨਹੀਂ ਲੱਗਦਾ ਦੁਸ਼ਮਣ ਕੌਣ ਹੈ, ਮਿੱਤਰ ਕੌਣ ਹੈ। ਸਮਦ੍ਰਿਸ਼ਟੀ ਐਸੀ ਹੈ। ਸੱਚ ਇਹ ਹੈ ਕਿ ਹੇ ਗੁਰੂ ਗੋਬਿੰਦ ਸਿੰਘ ਜੀ, ਮੈਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਮੈਨੂੰ ਤਾਂ ਹਰ ਪਾਸੇ ਤੁਸੀਂ ਨਜ਼ਰ ਆਉਂਦੇ ਹੋ। ਜਿਹੜਾ ਵੀ ਆਵਾਜ਼ ਮਾਰਦਾ, ਮੈਂ ਜਦੋਂ ਉੱਧਰ ਵੇਖਦਾ, ਮੈਨੂੰ ਇਉਂ ਲੱਗਦਾ ਮੇਰਾ ਆਵਾਜ਼ਾਂ ਵਾਲਾ ਆਵਾਜ਼ ਮਾਰ ਕੇ ਮੇਰੇ ਤੋਂ ਪਾਣੀ ਮੰਗ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਫਿਰ ਤੁਸੀਂ ਪਾਣੀ ਮੰਗੋ ਤੇ ਮੈਂ ਕਿਵੇਂ ਨਾ ਦੇਵਾਂ, ਮੈਨੂੰ ਪਤਾ ਨਹੀਂ ਲੱਗਦਾ ਹੈ। ਸਤਿਗੁਰਾਂ ਨੇ ਮੱਲਮ ਪੱਟੀ ਵੀ ਦੇਤੀ, ਲੈ ਭਾਈ ਘਨੱਈਆ, ਕੱਲਾ ਜਾਲੀ ਨਾ ਛਕਾਇਆ ਕਰ, ਫਿਰ ਮੇਰੇ ਜ਼ਖਮਾਂ ਤੇ ਮੱਲਮ ਪੱਟੀ ਵੀ ਕਰ ਦਿਆ ਕਰ। ਭਾਵ ਕੀ ਸੀ, ਉਹ ਮੈਂ ਹੀ ਹੈ। ਗੁਰੂ ਗੋਬਿੰਦ ਸਿੰਘ ਕੀ ਹੈ, ਬ੍ਰਹਮ ਰੂਪ ਨੇ। ਕਲਗੀਧਰ ਪਾਤਸ਼ਾਹ ਨੇ ਆਪ ਲਿਖਿਆ ਕਿ ਅਕਾਲ ਪੁਰਖ ਨੇ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਪਿਤਾ ਤੇ ਪੁੱਤਰ ਅੰਸ਼ ਇੱਕ ਹੁੰਦੀ ਹੈ। ਨਿਰਗੁਣ ਦਾ ਸਰਗੁਣ ਪੁੱਤਰ ਰੂਪ ਹੁੰਦਾ, ਫਰਕ ਕੋਈ ਨਹੀਂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਸਮਝਾਉਂਦੇ, ਭਾਈ ਇਹਦੀ ਜਿਹੜੀ ਬਿਰਤੀ ਹੈ ਉਹ ਗਿਆਨ ਦੀ 7ਵੀਂ ਭੂਮਿਕਾ 'ਚ ਚਲੀ ਗਈ ਹੈ। ਇਹਦੀ ਹਾਲਤ ਇਸ ਤਰ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਲਿਖਿਆ ਹੈ, ਨਾ ਦਿਸੇ ਬਿਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਦਿਸੇ ਬਿਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ।
जाना सगल संग हमको बन आई। ये सतवीं भूका ज्ञान दी महाराज कहंदे संत का मार्ग धर्म की पौड़ी। ये संत दा दस्या होया मार्ग ये धर्म दी पौड़ी है, जिहदियां ये 7 भूमिका ने। डंडियां वत जिवें एक एक डंडे ते कदम धरदियां अपनी मंजिल ते पहुँच जांदा है ना, छत ते चढ़ जांदा है। अजकल स्टैप बन गए, एक एक स्टैप ते पैर धरदियां छत ते पहुँच गया। इसे तरह पूरनता की प्राप्ति हो जाती है। संत का मार्ग धर्म की पौड़ी को वड भागी पाए। महाराज कहंदे भाई ये पौड़ी की प्राप्ति कोई वड्डे भागां वाला करदा है। कोट जन्म के किल विख नासे हर चरणी चित लाए। हरि दे चरनां नाल चित जुड़ गया। हरि स्वरूप सतगुरां दे चरनां नाल चित जुड़ गया। करोड़ां जन्मां दे किल विख नस जांदे, किल विख पाप दूर हो जाते हैं। वाहिगुरू दे चरनां नाल चित जोड़न करके करोड़ां जन्मां दे कीते हुए ब्याह रूपी पाप किल विख जिहड़े किल वांग हिरदे विच तिखे ठुके हुए सी वो नाश हो जाते हैं। ये किल विख पाप ने गुरु अमरदास महाराज जी ने जिमें बचन किया, ब्राह्मण कैली घात कंजका अणचारी का धान। महाराज कहते जदों भाई करोड़ां जन्मां दे भी भावें क्यों ना होण वाहिगुरू दे चरनां नाल चित जुड़ जे नाश हो जाते हन। उस तत करहो सदा प्रभ अपने जिन पूरी कल राखी। ते फिर उस्तत किहदी करिए जुड़ करके किहदे गुण गाइए। संसारी वडियाइयां विच मन नहीं, अकाल पुरख परमात्मा। उस्तत करो सदा प्रभ अपने, सदा ही हमेशा ही अपने मालिक वाहिगुरू जी की उस्तत ही करनी है, उसदे गुण गौण गान करने ने। जिन पूरी कल राखी, जिन्हें साड़ी इस कल विच पूरी इज्जत नूं रखिया है। गुरु पातशाह गुरु अर्जन देव महाराज ने गुरु नानक देव जी पातशाह नूं ब्रह्म रूप जान के गल कही कि गुरमुखो ब्रह्म सब तो वड्डा है। गुरु नानक ब्रह्म स्वरूप ने, उन्हां साडी कलयुग दे विच इज्जत पत नूं रखिया। इस करके उस मालिक दी सिफत करदे हन। सब ते वड्डा सतगुर नानक जिन कल राखी मेरी। सब ते वड्डा सतगुर नानक जिन कल राखी मेरी।
ਨਾਨਕ ਜਿਨ ਕਰ ਰਾਖੀ ਮੇਰੀ। ਗੁਰੂ ਪਾਤਸ਼ਾਹ ਮਹਾਰਾਜ ਸਾਡੀ ਕਲ ਵਿੱਚ ਰੱਖਦੇ। ਸਾਹਿਬ ਕਹਿੰਦੇ ਉਹਦੀ ਉਸਤਤੀ ਕਰੋ, ਉਸਤਤ ਕਰੋ ਸਦਾ ਪ੍ਰਭ ਆਪਣੇ। ਜਿਨ ਪੂਰੀ ਕਲ ਰਾਖੀ, ਜਿਹਨੇ ਸਾਡੀ ਪੂਰੀ ਇਸ ਕਲ ਵਿੱਚ ਇੱਜ਼ਤ ਰੱਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਜਿਸ ਨੇ ਸਤਿਗੁਰੂ ਦੀ ਸੱਚੀ ਸਿੱਖਿਆ ਸੁਣਾਤੀ। ਜੀ ਜੰਤ ਸਭ ਭਏ ਪਵਿੱਤਰਾ, ਉਹ ਜੀ ਜੰਤ ਸੂਖਮ ਕੀ ਸਥੂਲ ਕੀ ਸਾਰੇ ਹੀ ਸੰਸਾਰ ਦੇ ਵਿੱਚ ਪਵਿੱਤਰ ਹੋ ਗਏ। ਸਤਿਗੁਰ ਕੀ ਸੱਚ ਸਾਖੀ, ਜਿਨ੍ਹਾਂ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਲਿਆ, ਜਿਹੜੇ ਸੱਚੀ ਸਿੱਖਿਆ ਨਾਲ ਜੁੜ ਗਏ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਕਿੱਡੀ ਕਿਰਪਾ ਹੋ ਜਾਂਦੀ ਹੈ। ਜਿੰਨੇ ਵੀ ਵਿਘਨ ਹਨ ਇਹਨਾਂ ਦਾ ਨਾਸ਼ ਹੋ ਜਾਂਦਾ ਹੈ। ਹੁੰਦਾ ਕਿਵੇਂ ਹੈ? ਵਿਘਨ ਬਿਨਾਸਨ, ਵਿਘਨਾਂ ਨੂੰ ਵਿਨਾਸ਼ ਕਰਨ ਵਾਲਾ, ਸਭ ਦੁੱਖ ਨਾਸਨ, ਜਿਹਦੇ ਕਰਕੇ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ, ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰੂ ਦੁਆਰਾ ਉਸ ਨਾਮ ਨੂੰ ਦ੍ਰਿੜ ਕਰਵਾਤਾ। ਗੁਰੂ ਨੇ ਕਿਰਪਾ ਕਰਤੀ, ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਤਾ। ਨਾਮ ਦਾ ਦਾਤਾ ਸਤਿਗੁਰੂ ਹੈ। ਨਾਮ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਫਿਰ ਗੁਰਸਿੱਖ ਨੇ ਉਸ ਨਾਮ ਦੀ ਕਮਾਈ ਕਰਨੀ ਹੈ, ਪ੍ਰੇਮਾ ਭਗਤੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ। ਸਤਿਗੁਰ ਨਾਮ ਦ੍ਰਿੜਾਇਆ, ਸਤਿਗੁਰੂ ਨੇ ਉਹ ਨਾਮ ਸਾਡੇ ਹਿਰਦੇ ਵਿੱਚ ਦ੍ਰਿੜ ਕਰਾਤਾ। ਉਹਦਾ ਫਲ ਕੀ ਹੋਇਆ? ਫਿਰ ਬਚਨ ਕੀਤੇ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜਿੰਨੇ ਵੀ ਪਾਪ ਸਾਨੂੰ ਸਾਰੇ ਹੀ ਨਾਸ਼ ਹੋ ਗਏ। ਖੋਏ ਪਾਪ ਭਏ ਸਭ ਪਾਵਨ, ਇਸ ਕਰਕੇ ਸਾਰੇ ਪਾਪਾਂ ਦੇ ਨਾਸ਼ ਹੋਣ ਨਾਲ ਫਿਰ ਪਵਿੱਤਰ ਹੋ ਗਏ। ਭਏ ਸਭ ਪਾਵਨ, ਪਾਵਨ ਪਵਿੱਤਰ ਪਾਪਾਂ ਦੇ ਨਾਸ਼ ਹੋਣ ਨਾਲ ਸਾਰੇ ਜਿੰਨੇ ਇੰਦਰੇ ਸਨ ਉਹ ਵੀ ਪਵਿੱਤਰ ਹੋ ਗਏ। ਜਨ ਨਾਨਕ ਸੁਖ ਘਰ ਆਇਆ, ਜਿੰਨੇ ਪਰਿਵਾਰ ਦੇ ਜੀ ਜੰਤ ਸੀ ਉਹ ਵੀ ਪਵਿੱਤਰ ਹੋ ਗਏ। ਇਹ ਪ੍ਰਤੱਖ ਘਰ ਹੈ, ਇੱਥੇ ਵੀ ਸੁੱਖ ਮਿਲ ਜਾਂਦੇ ਆ। ਜਿਹੜਾ ਘਰ ਮਕਾਨ ਅਸੀਂ ਬਣਾਉਂਦੇ ਆ, ਗੁਰੂ ਪਾਤਸ਼ਾਹ ਦੇ ਚਰਨ ਪਵਾਉਂਦੇ ਆ, ਗੁਰੂ ਕਾ ਉਪਦੇਸ਼, ਇਹ ਪ੍ਰਤੱਖ ਘਰ ਵੀ ਗੁਰਮੁਖੋ ਪਵਿੱਤਰ ਹੋ ਜਾਂਦਾ। ਆਹ ਹਿਰਦੇ ਰੂਪੀ ਸਰੀਰ ਘਰ ਵੀ ਪਵਿੱਤਰ ਹੈ, ਹਿਰਦਾ ਘਰ ਵੀ ਪਵਿੱਤਰ ਹੈ। ਜਨ ਨਾਨਕ ਸੁਖ ਘਰ ਆਇਆ, ਉਹ ਸੁੱਖਾਂ ਦੇ ਘਰ ਵਿੱਚ ਆ ਜਾਂਦਾ ਹੈ। ਉਸ ਘਰ ਦੇ ਵਿੱਚ ਸੁੱਖ ਆ ਜਾਂਦੇ ਨੇ। ਉਹ ਪ੍ਰਾਣੀ ਭਾਈ ਸੁੱਖ ਸਰੂਪ ਘਰ ਦੇ ਵਿੱਚ ਆ ਗਿਆ। ਕਦੋਂ ਆਇਆ? ਜਦੋਂ ਸਤਿਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ। ਇਹ ਬਖਸ਼ਿਸ਼ਾਂ ਮਾਲਕ ਦੀਆਂ ਨੇ। ਜਨ ਨਾਨਕ ਸੁਖ ਘਰ ਆਇਆ। ਸੁੱਖ ਮਿਲਦੇ ਕਿਵੇਂ ਨੇ? ਜਦੋਂ ਆਪਾਂ ਨਾਮ ਨਾਲ ਜੁੜ ਜਾਂਦੇ ਆ, ਫਿਰ ਇਹ ਜੀਵਨ ਦਾ ਆਨੰਦ ਹੈ, ਸੁੱਖ ਹੈ। ਉਸ ਘਰ ਵਿੱਚ, ਉਸ ਹਿਰਦੇ ਰੂਪੀ ਘਰ, ਸਰੀਰ ਘਰ ਵਾ ਜਿਹੜਾ ਪ੍ਰਤੱਖ ਘਰ ਹੈ, ਜਦੋਂ ਸਤਿਗੁਰੂ ਦੇ ਚਰਨ ਪੈ ਗਏ ਉਹ ਘਰ ਵੀ ਪਵਿੱਤਰ ਹੈ। ਜਿਵੇਂ ਆਪਾਂ ਸਾਈਂ ਦਾਸ ਉਹਨਾਂ ਦੀ ਗੱਲ ਕੀਤੀ, ਗੁਰਮੁਖੋ ਉਹਨਾਂ ਨੂੰ ਸੁੱਖ ਆਨੰਦ ਮਿਲ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦਾਤੇ ਨੇ ਚਰਨ ਪਾਤੇ, ਉਸ ਘਰ ਨੂੰ ਪਵਿੱਤਰ ਕਰ ਦਿੱਤਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਬਚਨ ਪੜ੍ਹਦੇ ਹਾਂ ਜਿੱਥੇ ਜਾ ਕੇ ਬੈਠ ਗਏ, ਪ੍ਰਤੱਖ ਜਗ੍ਹਾ 'ਤੇ ਵੀ ਤੇ ਹਿਰਦੇ ਰੂਪੀ ਘਰ ਦੇ ਵਿੱਚ, ਤਾਂ ਉਹ ਜਿਹੜਾ ਹੈ ਹਿਰਦੇ ਰੂਪੀ ਘਰ ਵੀ ਪਵਿੱਤਰ ਹੋ ਗਿਆ ਜਦੋਂ ਭਾਈ ਗੁਰੂ ਦਾ ਵਾਸਾ ਹੋ ਗਿਆ। ਇਹ ਅੰਦਰ ਸਤਿਗੁਰੂ ਦਾ ਉਪਦੇਸ਼ ਵਸ ਜੇ ਤੇ ਇਹ ਵੀ ਗੁਰਮੁਖੋ ਥਾਨ ਸੋਭਾ ਵਾਲਾ ਹੈ, ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋ ਜਾਣ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ
ਰਾਮ ਸੋਭਾ ਵਾਲਾ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਜਿਵੇਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਇਕੱਤਰ ਹੋਏ ਆ, ਇਹ ਥਾਂ ਦੀ ਗੁਰਸਿੱਖ ਭਾਲ ਕਰਦਾ ਹੈ ਕਿ ਮਾਲਕ ਮੈਨੂੰ ਸਤਸੰਗ ਬਖਸ਼, ਤਾਂ ਕਿ ਇੱਥੋਂ ਦੀ ਧੂੜ ਮੇਰੇ ਮਸਤਕ ਤੇ ਲੱਗ ਜੇ ਤੇ ਜੀਵਨ ਪਵਿੱਤਰ ਹੋ ਜੇ, ਫਿਰ ਗੁਰੂ ਦਾ ਉਪਦੇਸ਼ ਮਿਲ ਜੇ। ਉਪਦੇਸ਼ ਰੂਪੀ ਧੂੜ ਸਾਡੀ ਬੁੱਧ ਰੂਪੀ ਮੱਥੇ ਤੇ ਲੱਗ ਜੇ, ਇਸ ਬੁੱਧ ਦੇ ਵਿੱਚੋਂ ਦੁਰਮਤ ਖਤਮ ਹੋ ਕੇ ਗੁਰਮਤ ਧਾਰਨ ਕਰ ਲਵੇ, ਗੁਰੂ ਦੀ ਮੱਤ ਆ ਜੇ, ਇਹ ਬੁੱਧੀ ਸ੍ਰੇਸ਼ਟ ਤੇ ਪਵਿੱਤਰ ਹੋ ਸਕਦੀ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ। ਇਸੇ ਕਰਕੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ। ਇਹ ਚਰਨ ਧੂੜ ਨੂੰ ਗੁਰਮਤ ਦੇ ਵਿੱਚ ਮੱਥੇ ਨਾਲ ਲਾਉਣ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਇੱਕ ਹੁੰਦੀ ਹੈ ਬਾਹਰ ਪ੍ਰਤੱਖ ਚਰਨ ਧੂੜ, ਜਦੋਂ ਸਾਧ ਸੰਗਤ ਵਿੱਚ ਜਿਸ ਤਰ੍ਹਾਂ ਪਾਉਨੇ। ਇੱਕ ਗੁਰਮੁਖੋ ਗੁਰੂ ਦਾ ਉਪਦੇਸ਼ ਗਿਆਨ ਰੂਪੀ ਧੂੜ ਹੈ, ਜਿਹੜੀ ਬੁੱਧ ਰੂਪੀ ਮੱਥੇ ਤੇ ਲੱਗਦੀ ਹੈ ਤੇ ਇਹ ਬੁੱਧ ਵਿਵੇਕ ਬੁੱਧ ਬਣ ਜਾਂਦੀ ਹੈ। ਦੂਜਾ ਬੁੱਧ ਵਿਵੇਕਾ ਜੋ ਆਪਾਂ ਅਰਦਾਸ ਕਰਦੇ ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਾਲਕ ਦੇ ਦਰ ਤੇ ਢਹਿ ਪਏ, ਕੀ ਮੰਗ ਕੀਤੀ? ਮਾਲਕ ਜੀ ਮੈਨੂੰ ਵਿਵੇਕ ਬੁੱਧੀ ਦੀ ਬਖਸ਼ਿਸ਼ ਕਰੀ, ਇਹ ਬੁੱਧ ਨੂੰ ਗਿਆਨ ਹੋ ਜੇ, ਗਿਆਨਵਾਨ ਬੁੱਧ ਦੀ ਪ੍ਰਾਪਤੀ ਹੋ ਜੇ। ਤਾਂ ਹੋਵੇਗੀ ਕਿਵੇਂ? ਸਤਿਗੁਰੂ ਦਾ ਉਪਦੇਸ਼ ਗਿਆਨ ਧੂੜ ਬੁੱਧ ਨੂੰ ਲੱਗ ਜੇ, ਫਿਰ ਅੰਦਰੋਂ ਅਗਿਆਨਤਾ ਨਾਸ਼ ਹੋ ਜਾਂਦੀ ਹੈ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਰੱਬ ਦੀ ਪੂਜਾ ਕਰਕੇ ਕੋਈ ਵੇਖੇ ਤੇ ਰੱਬ ਉਹਨਾਂ ਦਾ ਸਤਿਕਾਰ ਕਰਾ ਦਿੰਦਾ ਹੈ। ਐਸੇ ਗੁਰਮੁਖ ਪਿਆਰੇ ਸੰਤ ਪਿਆਰੇ ਰੱਬ ਦੇ, ਜਿਨ੍ਹਾਂ ਨਾਮ ਜਪਿਆ ਔਰ ਜਪਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉੱਥੇ ਸੁੱਖਾਂ ਦਾ ਵਾਸ ਹੋ ਜਾਂਦਾ। ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਤੇ ਵਚਨ ਕਹੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇੱਥੇ ਵੀ ਛੰਤ ਵਿੱਚ ਮਹਾਰਾਜ ਬਚਨ ਕਰਦੇ ਨੇ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵੇ। ਜਿਨ੍ਹਾਂ ਨੇ ਭਾਈ ਵਾਹਿਗੁਰੂ ਦੀ ਪੂਜਾ ਕੀਤੀ, ਉਹਨਾਂ ਨੂੰ ਸੰਸਾਰ ਤੇ, ਜਿਨ੍ਹਾਂ ਨੇ ਗੁਰੂ ਦੀ, ਗੁਰੂ ਪਰਮੇਸ਼ਰ ਰੂਪ ਹੈ, ਨਿਰਾਕਾਰ ਬ੍ਰਹਮ ਨੂੰ ਪੂਜਿਆ, ਨਿਰਾਕਾਰ ਬ੍ਰਹਮ ਦਾ ਸਾਕਾਰ ਰੂਪ ਗੁਰੂ ਪੂਜਿਆ, ਉਹਨਾਂ ਨੂੰ ਸਤਿਕਾਰ ਤੇ ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ। ਤੇ ਇਹ ਵੀ ਬਚਨ ਕਹੇ, ਜਿਨ੍ਹਾਂ ਨੇ ਭਾਈ ਰੱਬ ਨਾਲ ਜੁੜ ਗਏ ਨਾ, ਰੱਬ ਦੇ ਪਿਆਰੇ ਨੂੰ ਕਿੱਡਾ ਮਾਣ ਮਹਾਰਾਜ ਦਿੰਦੇ ਹਨ। ਹਰ ਕਾ ਸੇਵਕ ਜੀ ਸੋ ਹਰ ਜਿਹਾ ਸੋ ਹਰ, ਹਰ ਕਾ ਸੇਵਕ ਜੀ ਸੋ ਹਰ ਜਿਹਾ ਸੋ ਹਰ ਜਿਹਾ।
ਪਾਤਸ਼ਾਹ ਮਹਾਰਾਜ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਪੈ ਗਿਆ, ਫਿਰ ਉਹ ਗੁਰੂ ਰੂਪ ਹੋ ਗਏ। ਸਤਿਗੁਰਾਂ ਨੇ ਉਹਨਾਂ ਆਪਣੇ ਪਿਆਰਿਆਂ ਨੂੰ ਮਾਣ ਦਿੱਤਾ, ਸਤਿਕਾਰ ਦਿੱਤਾ। ਆਓ ਜੋ ਸਤਿਗੁਰਾਂ ਦਾ ਪਵਿੱਤਰ ਸ਼ਬਦ ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਇਹ ਅਕਾਲ ਪੁਰਖ ਪਰਮਾਤਮਾ ਨੇ ਲੋਚਾ ਪੂਰੀ ਕੀਤੀ, ਗੁਰੂ ਦੀ ਕਿਰਪਾ ਕਰ ਦਿੱਤੀ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਜਿੰਨੇ ਮਾਈ ਭਾਈ ਚੱਲ ਕਰਕੇ ਆਈ। ਮਹਾਰਾਜ ਕਦਮ ਕਦਮ ਸਭ ਦਾ ਲੇਖੇ ਲਾਉਣ, ਕੋਈ ਵੀ ਰਸਨਾ ਹੁਣ ਵਾਂਝੀ ਨਾ ਰਹੇ। ਆਨੰਦ ਸਾਹਿਬ 6 ਪੌੜੀਆਂ ਕੀਰਤਨ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ, ਭੁੱਲ ਚੁੱਕ ਦੀ ਖਿਮਾ। ਸਾਰੇ ਮਾਈ ਭਾਈ ਹਾਜ਼ਰੀ ਭਰਿਓ ਜੀ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਰਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰਿ ਨਾਮ ਰਾਮ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਤੁਮਰਾ ਤੁਮ, ਤੁਮਿਓ ਮਨੋ ਭਾਵੇ। ਸਾਚੇ ਮਹਿਵਾ ਗਿਆਨੀ ਕਰਤੇ ਸਦਾ ਸੁਖਲਾਵੇ, ਨਾਮ ਮਨ ਭਾਵੇ। ਰਹਿ ਨਾਨਕ ਸੱਚੇ ਮਨ, ਗਿਆਨੀ ਕਰਤੇ ਸੱਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ